ਵਾਹਿਗੁਰੂ ਜੀ। ਗੌੜੀ ਕੀ ਵਾਰ ਮਹੱਲਾ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਚੌਥਾ। ਸਤਿਗੁਰ ਪੁਰਖ ਦਇਆਲ ਹੈ, ਜਿਸਨੋ ਸਮਤ ਸਭ ਕੋਏ। ਸਮਤ ਸਭ ਕੋਏ, ਸਮਤ ਨਹੀਂ ਬੋਲਣਾ। ਸਮਤ ਦਾ ਅਰਥ ਹੈ ਬਰਾਬਰ। ਹਾਂਜੀ। ਏਕ ਦ੍ਰਿਸ਼ਟ ਕਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਏ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉਤਮ ਹਰ ਪਦ ਸੋਏ। ਨਾਨਕ ਕਿਰਪਾ ਤੇ ਹਰ ਧਿਆਈਐ, ਗੁਰਮੁਖ ਪਾਵੈ ਕੋਏ। ਮਹੱਲਾ ਚੌਥਾ। ਹਉਮੈ ਮਾਇਆ ਸਭ ਬਿਖ ਹੈ, ਨਿਤ ਜਗ ਟੋਟਾ ਸੰਸਾਰ। ਲਾਹਾ ਹਰ ਧਨ ਖਟਿਆ, ਗੁਰਮੁਖ ਸ਼ਬਦ ਵਿਚਾਰ। ਹਉਮੈ ਮੈਲ ਬਿਖ ਉਤਰੈ, ਹਰ ਅੰਮ੍ਰਿਤ ਹਰ ਉਰ ਧਾਰ। ਸਭ ਕਾਰਜ ਤਿਨ ਕੇ ਸਿੱਧ ਹੈ, ਜਿਨ ਗੁਰਮੁਖ ਕਿਰਪਾ ਧਾਰ। ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ, ਹਰ ਮੇਲੇ ਸਿਰਜਣਹਾਰ। ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ। ਤੁਧ ਨੋ ਸਭ ਧਿਆਈ ਦੀ, ਸਭ ਲੱਗੈ ਤੇਰੀ ਪਾਈ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲਗਾਈ। ਗੁਰਮੁਖਾਂ ਨੋ ਫਲ ਪਾਏਦਾ, ਸੱਚ ਨਾਮ ਸਮਾਈ। ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਸ਼ਲੋਕ ਮਹੱਲਾ ਚੌਥਾ। ਵੇਣ ਨਾਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਮਨਮੁਖ ਅਹੰਕਾਰ ਸਲਾਹ ਦੇ, ਹਉਮੈ ਮਮਤਾਵਾਦ। ਜਿਨ ਸਾਲਾਖਨ ਸੇ ਮਰਹਿ, ਖਪ ਜਾਵੈ ਸਭ ਅਪਵਾਦ। ਜਨ ਨਾਨਕ ਗੁਰਮੁਖ ਉਬਰੇ, ਜਪ ਹਰ ਹਰ ਪਰਮਾਨਾਦ। ਮਹੱਲਾ ਚੌਥਾ। ਜਿਨ ਸਾਲਾਹਨ ਸੇ ਮਰਹਿ, ਖਪ ਜਾਵੈ ਸਭ ਅਪਵਾਦ। ਇਹ ਸੁੱਧ ਵਿਸਰਾਮ ਹੈ। ਕਈ ਮਰਹਿ ਖਾਪ ਇਉਂ ਵਿਸਰਾਮ ਲਗਾ ਲੈਂਦੇ ਨੇ, ਪਰ ਮਰਹਿ 'ਤੇ ਵਿਸਰਾਮ ਲਾਉਣਾ। ਜਿਨ ਸਾਲਾਹਨ ਸੇ ਮਰਹਿ, ਖਾਪ ਜਾਵੈ ਸਭ ਅਪਵਾਦ। ਮਹੱਲਾ ਚੌਥਾ। ਸਤਿਗੁਰ ਹਰਿ ਪ੍ਰਭ ਦਸ, ਨਾਮ ਧਿਆਈ ਮਨ ਹਰੀ। ਨਾਨਕ ਨਾਮ ਪਵਿੱਤ ਹਰਿ, ਮੁਖ ਬੋਲੀ ਸਭ ਦੁਖ ਪਰ ਹਰੀ। ਪੌੜੀ। ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਇਆ। ਜਿਨੀ ਤੂੰ ਇੱਕ ਮਨ ਸੱਚ ਧਿਆਇਆ, ਤਿਨ ਕਾ ਸਭ ਦੁਖ ਗਵਾਇਆ। ਤੇਰਾ ਸ਼ਰੀਕ ਕੋ ਨਾਹੀ, ਜਿਸ ਨੋ ਲਵੈ ਲਾਇ ਸੁਣਾਇਆ। ਤੁਧ ਜੀਵਡ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਭਾਇਆ। ਸੱਚੇ ਮੇਰੇ ਸਾਹਿਬਾ, ਸੱਚੇ ਸੱਚ ਨਾਇਆ। ਸ਼ਲੋਕ ਮਹੱਲਾ ਚੌਥਾ। ਮਨ ਅੰਤਰ ਹਉਮੈ ਰੋਗ ਹੈ, ਭ੍ਰਮ ਭੂਲੇ ਮਨਮੁਖ ਦੁਰਜਨਾ। ਨਾਨਕ ਰੋਗ ਗਵਾਏ, ਮਿਲ ਸਤਿਗੁਰ ਸਾਧੂ ਸੱਜਣਾ। ਮਹੱਲਾ ਚੌਥਾ। ਮਨ ਤਨ ਰਤਾ ਰੰਗ ਸਿਓ, ਗੁਰਮੁਖ ਹਰ ਗੁਣ ਤਾਸ। ਜਨ ਨਾਨਕ ਹਰ ਸਰਣਾਗਤੀ, ਹਰ ਮੇਲੇ ਗੁਰ ਸਾਬਾਸ। ਪੌੜੀ। ਤੂੰ ਕਰਤਾ ਪੁਰਖ ਅਗੰਮ ਹੈ, ਕਿਸ ਨਾਲ ਤੂੰ ਵੜੀਐ। ਤੁਧ ਜੇਵਡ ਹੋਏ ਸੋ ਆਖੀਐ, ਤੁਧ ਜੇਹਾ ਤੂੰ ਹੈ ਪੜੀਐ। ਤੂੰ ਘਟ ਘਟ ਇੱਕ ਵਰਤਦਾ, ਗੁਰਮੁਖ ਪਰਗੜੀਐ। ਤੂੰ ਸੱਚਾ ਸਬਸ ਦਾ ਖਸਮ ਹੈ, ਸਬਦੂ ਤੂੰ ਚੜੀਐ। ਤੂੰ ਕਰਹਿ ਸੋ ਸੱਚੇ ਹੋਏ ਸੀ। ਤੁਧ ਜੇਵਡ ਹੋਏ ਸੋ ਆਖੀਐ, ਤੁਧ ਜੇਹਾ ਤੂੰ ਹੈ ਪੜੀਐ। ਭਾਰਾ ਕਰਕੇ। ਤੂੰ ਕਰਹਿ ਸੋ ਸੱਚੇ ਹੋਏ ਸੀ, ਤਾ ਕਾਇਤ ਕੜੀਐ। ਸ਼ਲੋਕ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਪਿਰਮ ਕਾ, ਅਠੇ ਪਹਿਰ ਲਗਨ। ਜਨ ਨਾਨਕ ਕਿਰਪਾ ਧਾਰ ਪ੍ਰਭ, ਸਤਿਗੁਰ ਸੁਖ ਵਸਨ। ਜਨ ਨਾਨਕ ਕਿਰਪਾ ਧਾਰ ਪ੍ਰਭ, ਸਤਿਗੁਰ ਸੁਖ ਵਸਨ। ਮਹੱਲਾ ਚੌਥਾ। ਜਿਨ ਅੰਦਰ ਪ੍ਰੀਤ ਪਿਰਮ ਕੀ, ਜਿਉ ਬੋਲਣ ਤਿਵੈ ਸੋ ਖਨ। ਨਾਨਕ ਹਰ ਆਪੇ ਜਾਣਦਾ, ਜਿਨ ਲਾਈ ਪ੍ਰੀਤ ਪਿਰਨ। ਪੌੜੀ। ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀ। ਤੂੰ ਕਰਹਿ ਸੋ ਸੱਚੇ ਭਲਾ ਹੈ, ਗੁਰ ਸ਼ਬਦ ਬੁਝਾਹੀ। ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋ ਨਾਹੀ। ਤੂੰ ਸਾਹਿਬ ਅਗਮ ਦਇਆਲ ਹੈ, ਸਭ ਤੁਧ ਧਿਆਹੀ।
ਸਭ ਜੀ ਤੇਰੇ ਤੂੰ ਸਭ ਸਦਾ, ਤੂੰ ਸਭ ਛਡਾਹੀ। ਸ਼ਲੋਕ ਮਹੱਲਾ ਚੌਥਾ। ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀ ਤਾਰ ਲਗਨ। ਗੁਰ ਤੁਠੈ ਸੱਜਣ ਮੇਲਿਆ, ਜਨ ਨਾਨਕ ਸੁਖ ਸਵੰਨ। ਮਹੱਲਾ ਚੌਥਾ। ਸਤਿਗੁਰ ਦਾਤਾ ਦਇਆਲ ਹੈ, ਜਿਸਨੋ ਦਇਆ ਸਦਾ ਹੋਏ। ਸਤਿਗੁਰ ਅੰਦਰਹੁ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾ ਨਾਲ ਜੇ ਵੈਰ ਚਲਾਏ ਦੇ, ਤਿਨ ਵਿੱਚ ਹੋ ਤਿਸਟਿਆ ਨਾ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏ ਦਾ, ਤਿਸ ਦਾ ਬੁਰਾ ਕਿਉ ਹੋਏ। ਸਤਿਗੁਰ ਨੋ ਜੇਹਾ ਕੋ ਇਛਦਾ, ਤੇਹਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕਿਛ ਜਾਣਦਾ, ਨਾਨਕ ਕਰਤਾ ਸਭ ਕਿਛ ਜਾਣਦਾ। ਜਿਦੂ ਕਿਛ ਗੁੱਝਾ ਨਾ ਹੋਏ। ਪੌੜੀ। ਜਿਸ ਨੋ ਸਾਹਿਬ ਵੱਡਾ ਕਰੇ, ਸੋਈ ਵੱਡ ਜਾਣੀ। ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ, ਸੋ ਸਾਹਿਬ ਮਨ ਭਾਣੀ। ਜੇ ਕੋ ਉਸ ਦੀ ਰੀਸ ਕਰੇ, ਸੋ ਮੂੜ ਅਜਾਣੀ। ਜਿਸ ਨੋ ਸਤਿਗੁਰ ਮੇਲੇ, ਸੋ ਗੁਣ ਰਵੈ, ਗੁਣ ਆਖ ਵਖਾਣੀ। ਨਾਨਕ ਸੱਚਾ ਸੱਚ ਹੈ, ਬੁੱਝ ਸੱਚ ਸਮਾਣੀ। ਸ਼ਲੋਕ ਮਹੱਲਾ ਚੌਥਾ। ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ। ਜਿਨ ਜਪਿਆ ਏਕ ਮਨ ਏਕ ਚਿਤ, ਤਿਨ ਲੱਥਾ ਹਉਮੈ ਭਾਰ। ਜਿਨ ਗੁਰਮੁਖ ਹਰ ਆਰਾਧਿਆ, ਤਿਨ ਸੰਤ ਜਨਾ ਜੈਕਾਰ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸ ਨੋ ਫਿਟ ਫਿਟ ਕਹੈ ਸਭ ਸੰਸਾਰ। ਸਤਿਗੁਰ ਵਿੱਚ ਆਪ ਵਰਤਦਾ, ਹਰ ਆਪੇ ਰੱਖਣ ਹਾਰ। ਧੰਨ ਧੰਨ ਗੁਰੂ ਗੁਣ ਗਾਵਦਾ, ਤਿਸ ਨੋ ਸਦਾ ਸਦਾ ਨਮਸਕਾਰ। ਜਨ ਨਾਨਕ ਤਿਨ ਕਉ ਵਾਰਿਆ, ਜਿਨ ਜਪਿਆ ਸਿਰਜਣਹਾਰ। ਮਹੱਲਾ ਚੌਥਾ। ਆਪੇ ਧਰਤੀ ਸਾਜੀਅਨ, ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ। ਮੁਖ ਆਪੇ ਦੇ ਗਿਰਾਸ, ਸਭ ਆਪੇ ਆਪ ਵਰਤਦਾ, ਆਪੇ ਹੀ ਗੁਣਤਾਸ। ਜਨ ਨਾਨਕ ਨਾਮ ਧਿਆਏ ਤੂੰ, ਸਭ ਕਿਲ ਵਿਖ ਕੱਟੇ ਤਾਸ। ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵੈ। ਜੋ ਤੁਧ ਸੱਚ ਸਲਾਹ ਦੇ, ਤੈਨ ਜਾਮ ਕੰਕਰ ਨੇੜ ਨਾ ਆਵੈ। ਜਾਮ ਕੰਕਰ ਇਕੱਠਾ ਕਰਨਾ। ਜੋ ਤੁਧ ਸੱਚ ਸਲਾਹ ਦੇ, ਤੈਨ ਜਮ ਕੰਕਰ ਨੇੜ ਨਾ ਆਵੈ। ਤੈਨ ਕੇ ਮੁਖ ਦਰ ਉਜਲੇ, ਜਿਨ ਹਰ ਹਿਰਦੈ ਸੱਚਾ ਭਾਵੈ। ਤੈਨ ਕੇ ਮੁਖ ਦਰ ਉਜਲੇ, ਜਿਨ ਹਰ ਹਿਰਦੈ ਸੱਚਾ ਭਾਵੈ। ਕੂੜਿਆਰ ਪਿਛਾਹਾ ਸਟੀਅਨ, ਕੂੜਿਆਰ ਪਿਛਾਹਾ ਸਟੀਅਨ। ਕੂੜ ਹਿਰਦੈ ਕਪਟ ਮਹਾ ਦੁਖ ਪਾਵੈ। ਮੋਹ ਕਾਲੇ ਕੂੜਿਆਰੀਆ, ਕੂੜਿਆਰ ਕੂੜੋ ਹੋਏ ਜਾਵੈ। ਸ਼ਲੋਕ ਮਹੱਲਾ ਚੌਥਾ। ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜੇਹਾ ਕੋ ਬੀਜੇ ਤੇਹਾ ਫਲ ਪਾਏ। ਗੁਰ ਸਿੱਖੀ ਅੰਮ੍ਰਿਤ ਬੀਜਿਆ, ਤਿਨ ਅੰਮ੍ਰਿਤ ਫਲ ਹਰ ਪਾਏ। ਓਨਾ ਹਲਤ ਪਲਤ ਮੁਖ ਉਜਲੇ, ਓਏ ਹਰ ਦਰਗਹਿ ਸੱਚੀ ਪੈ ਨਾਏ। ਇਕਨਾ ਅੰਦਰ ਖੋਟ ਨਿਤ ਖੋਟ ਕਮਾਵਹਿ, ਓਹ ਜੇਹਾ ਬੀਜੇ ਤੇਹਾ ਫਲ ਖਾਏ। ਪੈ ਨਾਏ। ਇਕਨਾ ਅੰਦਰ ਖੋਟ ਨਿਤ ਖੋਟ ਕਮਾਵਹਿ, ਓਹ ਜੇਹਾ ਬੀਜੇ ਤੇਹਾ ਫਲ ਖਾਏ। ਜਾ ਸਤਿਗੁਰ ਸਰਾਫ ਨਦਰ ਕਰ ਦੇਖੈ, ਸੁਆਵ ਗੀਰ ਸਭ ਉਘੜ ਆਏ। ਓਏ ਜੇਹਾ ਚਿਤਵਹਿ ਨਿਤ ਤੇਹਾ ਪਾਇਨ, ਓਏ ਤੇਹੋ ਜਿਹੇ ਦਈਏ ਵਜਾਏ। ਨਾਨਕ ਦੁਹੀ ਸਿਰੀ ਖਸਮ ਆਪੇ ਵਰਤੈ, ਨਿਤ ਕਰ ਕਰ ਦੇਖੈ ਚਲਤ ਸਬਾਏ। ਮਹੱਲਾ ਚੌਥਾ। ਇਕ ਮਨ ਇਕ ਵਰਤਦਾ, ਜਿਤ ਲੱਗੈ ਸੋ ਥਾਏ ਪਾਏ। ਕੋਈ ਗੱਲਾਂ ਕਰੇ ਘਨੇਰੀਆ, ਜੇ ਘਰ ਵਤ ਹੋਵੈ ਸਾਈ ਖਾਏ। ਬਿਨ ਸਤਿਗੁਰ ਸੋਝੀ ਨਾ ਪਵੈ, ਅਹੰਕਾਰ ਨ ਵਿੱਚ ਹੋ ਜਾਏ। ਅਹੰਕਾਰੀਆ ਨੋ ਦੁਖ ਭੁਖ ਹੈ, ਹੱਥ ਤੜਹਿ ਘਰ ਘਰ ਮੰਗਾਏ। ਕੂੜ ਠੱਗੀ ਗੁੱਝੀ ਨਾ ਰਹੈ, ਮੁਲੰਮਾ ਪਾਜ ਲਹਿ ਜਾਏ।
ਜਿਸ ਹੋਵੈ ਪੂਰਬ ਲਿਖਿਆ ਤਿਸ ਸਤਿਗੁਰ ਮਿਲੈ ਪ੍ਰਭ ਆਏ। ਜਿਉ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ। ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਏ। ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ। ਗੁਣ ਕੀ ਸਾਂਝ ਤਿਨ ਸਿਉ ਕਰੀ ਸਭ ਅਵਗਣ ਸ਼ਬਦ ਜਲਾਏ। ਔਗਣ ਵਿਕਣ ਪਲਰੀ ਜਿਸ ਦੇਹ ਸੋ ਸੱਚੇ ਪਾਏ। ਬਲਿਹਾਰੀ ਗੁਰ ਆਪਣੇ ਜਿਨ ਔਗਣ ਮੇਟ ਗੁਣ ਪ੍ਰਗਟਿਆਏ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ। ਸ਼ਲੋਕ ਮਹੱਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ ਜੋ ਅਨਦਿਨ ਹਰ ਹਰ ਨਾਮ ਧਿਆਵੈ। ਹਰ ਹਰ ਨਾਮ ਰਮਤ ਸੋਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ। ਹਰ ਨਾਮ ਤਾਣ ਹਰ ਨਾਮ ਦੀ ਬਾਣ ਹਰ ਨਾਮੋ ਰਖ ਕਰਾਵੈ। ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੈ। ਫੇਰ ਉਹ ਵੇਲਾ ਉਸ ਹੱਥ ਨਾ ਆਵੈ ਉਹ ਆਪਣਾ ਬੀਜਿਆ ਆਪੇ ਖਾਵੈ। ਨਰਕ ਘੋਰ ਮੋਹਿ ਕਾਲੈ ਖੜਿਆ ਜਿਉ ਤਸਕਰ ਪਾਏ ਗਲਾਵੈ। ਫੇਰ ਖੜਿਆ ਇਸੇ ਤਰ੍ਹਾਂ ਬੋਲਣਾ ਪੋਲਾ ਹੀ, ਖੜਿਆ ਨਹੀਂ ਕਰਨਾ। ਇੱਥੇ ਖਲੋਣ ਦਾ ਭਾਵ ਨਹੀਂ ਬਲਕਿ ਲਿਜਾਣ ਦਾ ਭਾਵ ਹੈ। ਨਰਕ ਘੋਰ ਮੋਹ ਕਾਲੈ ਖੜਿਆ, ਭਿਆਨਕ ਨਰਕਾਂ ਵਿੱਚ ਕਾਲਾ ਮੂੰਹ ਕਰਕੇ ਉਸ ਨੂੰ ਖੜਿਆ, ਭਾਵ ਲੈ ਗਏ ਜਮਦੇ ਦੂਤ। ਹਾਂਜੀ। ਫਿਰ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰ ਹਰ ਨਾਮ ਧਿਆਵੈ। ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੇ ਏਵੈ ਭਾਵੈ। ਮਹੱਲਾ ਚੌਥਾ। ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁਖ ਅਗਿਆਨ ਮੁਠਾ ਬਿਖ ਮਾਇਆ। ਉਸ ਅੰਦਰ ਕੂੜ ਕੂੜੋ ਕਰ ਬੁੱਝੈ ਅਣਹੋਂਦੇ ਝਗੜੇ ਦਈਏ ਉਸ ਦਾ ਗਲ ਪਾਇਆ। ਉਹ ਗਲ ਫਰੋਸੀ ਕਰੇ ਬਹੁਤੇਰੀ ਉਸ ਦਾ ਬੋਲਿਆ ਕਿਸੈ ਨਾ ਭਾਇਆ। ਗੱਲ ਫਰੋਸੀ ਇਉਂ ਇਕੱਠਾ ਸੰਬੰਧਕ ਪਾਠ ਹੈ, ਵੱਖਰਾ ਵੱਖਰਾ ਨਹੀਂ ਕਰਨਾ। ਇਉਂ ਨਾ ਹੋ ਜਾਵੇ ਕਿ ਉਹ ਗੱਲ ਫਰੋਸੀ ਕਰੇ ਬਹੁਤੇਰੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਗੱਲ ਫਰੋਸੀ ਇਹ ਪਾਠ ਹੈ ਜੀ। ਉਹ ਗੱਲ ਫਰੋਸੀ ਕਰੇ ਬਹੁਤੇਰੀ ਉਸ ਦਾ ਬੋਲਿਆ ਕਿਸੈ ਨਾ ਭਾਇਆ। ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਭੀ ਲੱਛਣ ਲਾਇਆ। ਗੁਰਮੁਖ ਹੋਏ ਸੋ ਅਲਿਪਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚਹੁ ਓਨ ਲਾਹਾ ਮੂਲ ਸਭ ਗਵਾਇਆ। ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ। ਗੁਰ ਸਿੱਖਾਂ ਵਡਿਆਈ ਭਾਵੈ ਗੁਰ ਪੂਰੇ ਕੀ ਮਨ ਮੁਖਾਂ ਉਹ ਵੇਲਾ ਹੱਥ ਨਾ ਆਇਆ। ਗੌੜੀ ਰਾਗ ਦੀ ਇਸ ਵਾਰ ਦੇ ਵਿੱਚ ਇਉਂ ਲੰਬੇਰੀਆਂ ਪੰਕਤੀਆਂ ਕਾਫੀ ਆਉਣਗੀਆਂ, ਸ਼ਲੋਕਾਂ ਵਿੱਚ ਵੀ ਅਤੇ ਕਦੇ ਪੌੜੀਆਂ ਵਿੱਚ ਵੀ ਲੰਬੀਆਂ ਪੰਕਤੀਆਂ ਆਉਣਗੀਆਂ ਜਿਨ੍ਹਾਂ ਦੇ ਇੱਕ ਤੋਂ ਵੱਧ ਵਿਸਰਾਮ ਅਤੇ ਜਮਕਾਂ ਹਨ। ਜਿਵੇਂ ਗੁਰਮੁਖ ਪਿਆਰੇ ਪਾਠੀ ਸਿੰਘ ਜੀ ਭਾਈ ਕਵਲਜੀਤ ਸਿੰਘ ਜੀ ਪਾਠ ਕਰ ਰਹੇ ਨੇ, ਧਿਆਨਪੂਰਵਕ ਸੰਗਤਾਂ ਸਰਵਣ ਕਰਨਾ ਅਤੇ ਸਮਝਣਾ ਹੈ ਜੀ। ਪੌੜੀ। ਸੱਚ ਸੱਚਾ ਸਬਦੂ ਵੱਡਾ ਹੈ ਸੋ ਲਏ ਜਿਸ ਸਤਿਗੁਰ ਟਿਕੇ। ਸੋ ਸਤਿਗੁਰ ਜੇ ਸੱਚ ਧਿਆਏ ਦਾ ਸੱਚ ਸੱਚਾ ਸਤਿਗੁਰ ਇੱਕੇ। ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿਕੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ। ਓਏ ਬੋਲੇ ਕਿਸੈ ਨਾ ਭਾਵਨੀ ਮੋਹ ਕਾਲੇ ਸਤਿਗੁਰ ਤੇ ਚੁੱਕੇ। ਸ਼ਲੋਕ ਮਹੱਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ। ਗੁਰਮੁਖ ਬਖਸ਼ ਜਮਾਈਨ ਮਨ ਮੁਖੀ ਮੂਲ ਗਵਾਇਆ। ਸਭ ਕੋ ਬੀਜੇ ਆਪਣੇ ਭਲੇ ਨੋ ਹਰ ਭਾਵੈ ਸੋ ਖੇਤ ਜਮਾਇਆ। ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਮ ਚੂਹਾ ਕਿਰਸ ਨਿਤ ਕੁਰਕਦਾ ਹਰ ਕਰਤੈ ਮਾਰ ਕਢਾਇਆ। ਕਿਰਸਾਣੀ ਜੰਮੀ ਭਾਉ ਕਰ
ਹਰ ਬੋਹਲ ਬਖਸ਼ ਜਮਾਇਆ। ਤਿਨ ਕਾ ਕਾੜਾ ਅੰਦੇਸਾ ਸਭ ਲਾਹਿਓਨ, ਜਿਨੀ ਸਤਿਗੁਰ ਪੁਰਖ ਧਿਆਇਆ। ਜਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਮਹੱਲਾ ਚੌਥਾ। ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋ ਰੇ ਗੱਲਾਂ। ਰਾਤੀ ਉਗੈ ਦੱਬਿਆ, ਨਵੇਂ ਸੋਤ ਸਭ ਢਿੱਲਾ। ਨਵੇਂ ਸੋਤ, ਨਵੇਂ ਨਹੀਂ ਬੋਲਣਾ ਕੱਸ ਕੇ, ਨਵੇਂ ਪੋਲਾ ਬੋਲਣਾ। ਮਨਮੁਖਾਂ ਦੈ ਸਿਰ ਜੋਰਾ ਅਮਰ ਹੈ, ਨਿਤ ਦੇਵ ਹੈ ਭੱਲਾ। ਜੋਰਾ ਦਾ ਆਖਿਆ ਪੁਰਖ ਕਮਾਵਦੇ, ਸੇ ਅਪਵਿੱਤ ਅਮੇਦ ਖਲਾ। ਖਲਾ ਪੋਲਾ ਬੋਲਣਾ ਹੈ, ਇਹਦੇ ਉੱਪਰ ਭਾਰ ਨਹੀਂ ਆਵੇਗਾ। ਸੇ ਅਪਵਿੱਤ ਅਮੇਦ ਖਲਾ। ਹਾਂਜੀ। ਕਾਮ ਵਿਆਪੇ ਕੋ ਸੁਧ ਨਰ, ਸੇ ਜੋਰਾ ਪੁੱਛ ਚੱਲਾ। ਸਤਿਗੁਰ ਕੈ ਆਖਿਆ ਜੋ ਚੱਲੈ, ਸੋ ਸਤਿਪੁਰਖ ਭਾਲ ਭਲਾ। ਜੋਰਾ ਪੁਰਖ ਸਭ ਆਪ ਉਪਾਇਨ, ਹਰ ਖੇਲ ਸਭ ਖਿਲਾ। ਸਭ ਤੇਰੀ ਬਣਤ ਬਣਾਵਣੀ, ਨਾਨਕ ਭਾਲ ਭਲਾ। ਪੌੜੀ। ਤੂੰ ਵੇ ਪਰਵਾਹੋ ਅਥਾਹੋ ਹੈ, ਅਤੁਲ ਕਿਉ ਤੁਲੀਐ। ਸੇ ਵਡਭਾਗੀ ਜੇ ਤੁਧ ਧਿਆਏ ਦੇ, ਜਿਨ ਸਤਿਗੁਰ ਮਿਲੀਐ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰ ਬਾਣੀ ਬਣੀਐ। ਸਤਿਗੁਰ ਕੀ ਰੀਸੈ, ਹੋਰ ਕੱਚ ਪਿੱਚ ਬੋਲਦੇ। ਸੇ ਕੂੜਿਆਰ ਕੂੜੇ ਝੜ ਪੜੀਐ, ਉਹਨਾਂ ਅੰਦਰ ਹੋਰ ਮੁਖ ਹੋਰ ਹੈ। ਬਿਖ ਮਾਇਆ ਨੋ ਝਖ ਮਰਦੇ ਕੜੀਐ। ਸੇ ਕੂੜਿਆਰ ਕੂੜੇ ਝਾੜ ਪੜੀਐ, ਪੜੀਐ ਨਹੀਂ ਬੋਲਣਾ, ਝਾੜ ਪੜੀਐ। ਸ਼ਲੋਕ ਮਹੱਲਾ ਚੌਥਾ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੇ। ਜਿਨ ਅੰਦਰ ਕਪਟ ਵਿਕਾਰ ਝੂਠ, ਓਏ ਆਪੇ ਸੱਚੈ ਵਖ ਕੱਢੇ ਜਜਮਾਲੇ। ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਨ, ਕੂੜਿਆਰ ਨਾ ਲੱਭਨੀ ਕਿਤੈ ਥਾਏ ਭਾਲੇ। ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ, ਤਿਨਾ ਮੋਹ ਭਲੇਰੇ ਫਿਰਹਿ ਦਈਏ ਗਾਲੇ। ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਸੇ ਕਿਚਰਕ ਵੇ ਰਾਇਨ ਮਨਮੁਖ ਬੇਤਾਲੇ। ਸਤਿਗੁਰ ਨੋ ਮਿਲੈ ਸੋ ਆਪਣਾ ਮਨ ਥਾਏ ਰਖੈ, ਉਹ ਆਪ ਵਰਤੈ ਆਪਣੀ ਵਥ ਨਾਲੇ। ਜਨ ਨਾਨਕ ਇਕ ਨਾ ਗੁਰ ਮੇਲ ਸੁਖ ਦੇਵੈ, ਇਕ ਆਪੇ ਵਖ ਕੱਢੈ ਠਗਵਾਲੇ। ਮਹੱਲਾ ਚੌਥਾ। ਜਿਨਾ ਅੰਦਰ ਨਾਮ ਨਿਧਾਨ ਹਰ, ਤਿਨ ਕੇ ਕਾਰਜ ਦਈਏ ਆਂਦੇ ਰਾਸ। ਤਿਨ ਕੇ ਕਾਜ ਦਈਏ ਆਂਦੇ ਰਾਸ। ਪਹਿਲਾਂ ਵੀ ਇਸ ਅੱਖਰ ਦਾ ਉਚਾਰਨ ਦੱਸਿਆ ਗਿਆ ਸੀ। ਇਸ ਵਾਰ ਵਿੱਚ ਪਿੱਛੇ ਵੀ ਇਹ ਪਾਠ ਆਇਆ, ਹੁਣ ਅੱਗੇ ਫਿਰ ਆ ਰਿਹਾ ਹੈ। ਦੱਦਾ ਤੇ ਬੋਲਣ ਦੇ ਵਿੱਚ ਈੜੀ ਬਿਹਾਰੀ ਤੇ ਈੜੀ ਨੂੰ ਸਿਹਾਰੀ। ਇਉਂ ਦਈਏ, ਈੜੀ ਸਿਹਾਰੀ ਇਹ ਦਈਏ, ਦਈਏ ਨਹੀਂ ਕਰਨਾ ਜਿਹੜਾ ਈੜੀ ਦੀ ਲਾਮ ਨਾ ਬਣ ਜਾਵੇ। ਤਿਨਕੇ ਕਾਜ ਦਈਏ ਆਂਦੇ ਰਾਸ। ਮਹੱਲਾ ਚੌਥਾ। ਜਿਨਾ ਅੰਦਰ ਨਾਮ ਨਿਧਾਨ ਹਰ, ਤਿਨਕੇ ਕਾਜ ਦਈਏ ਆਂਦੇ ਰਾਸ। ਤਿਨ ਚੂਕੀ ਮੁਹਤਾਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰਹਿ ਸਾਬਾਸ। ਸਾਹੋ ਪਾਤ ਸਾਹੋ ਸਭ ਹਰ ਕਾ ਕੀਆ, ਸਭ ਜਨ ਕਉ ਆਏ ਕਰਹਿ ਰਹਿ ਰਾਸ। ਗੁਰ ਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵ ਅਤੁਲ ਸੁਖ ਪਾਇਆ। ਗੁਰ ਪੂਰੈ ਦਾਨ ਦੀਆ ਹਰ ਨਿਹਚਲ, ਨਿਤ ਬਖਸ਼ੇ ਚੜ੍ਹੈ ਸੁਆਇਆ। ਕੋਈ ਨਿੰਦਕ ਵਡਿਆਈ ਦੇਖ ਨਾ ਸਕੈ, ਸੋ ਕਰਤੈ ਆਪ ਪਚਾਇਆ। ਜਨ ਨਾਨਕ ਗੁਣ ਬੋਲੇ ਕਰਤੇ ਕੇ, ਭਗਤਾ ਨੂੰ ਸਦਾ ਰੱਖਦਾ ਆਇਆ। ਪੌੜੀ। ਤੂੰ ਸਾਹਿਬ ਅਗਮ ਦਇਆਲ ਹੈ, ਵੱਡ ਦਾਤਾ ਦਾਣਾ। ਤੁਧ ਜੇਵਡ ਮੈਂ ਹੋਰ ਕੋ ਦਿਸ ਨਾ ਆਵਈ, ਤੂੰ ਹੈ ਸੁਗੜ ਮੇਰੇ ਮਨ ਭਾਣਾ। ਮੋਹ ਕੁਟੰਬ ਦਿਸ ਆਵਦਾ, ਸਭ ਚੱਲਣ ਹਾਰਾ ਆਵਣ ਜਾਣਾ। ਜੋ ਬਿਨ ਸੱਚੇ ਹੋਰਤ ਚਿਤ ਲਾਏ ਦੇ, ਸੇ ਕੂੜਿਆਰ ਕੂੜਾ ਤਿਨ ਮਾਣਾ। ਨਾਨਕ ਸੱਚ ਧਿਆਏ ਤੂੰ,
ਬਿਨ ਸੱਚੇ ਪਾਚ ਪਾਚ ਮੋਏ ਅਜਾਣਾ। ਸ਼ਲੋਕ ਮਹੱਲਾ ਚੌਥਾ। ਅੱਗੋ ਦੇ ਸਤ ਭਾਉ ਨਾ ਦਿਚੈ, ਪਿਛੋ ਦੇ ਆਖਿਆ ਕੰਮ ਨਾ ਆਵੈ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉ ਸੁਖ ਪਾਵੈ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੈ ਕੂੜੀ ਜਾਵੈ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੈ। ਤਾ ਅਪਿਓ ਪੀਵੈ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਭਰਮ ਚੁਕਾਵੈ। ਸਦਾ ਆਨੰਦ ਰਹੈ ਦਿਨ ਰਾਤੀ, ਜਨ ਨਾਨਕ ਅਨਦਿਨ ਹਰ ਗੁਣ ਗਾਵੈ। ਮਹੱਲਾ ਚੌਥਾ। ਜੋ ਆਰੰਭ ਵਾਲੀ ਪੰਕਤੀ ਆਈ ਹੈ, ਅੱਗੋ ਦੇ ਸਤ ਭਾਉ ਨਾ ਦਿਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੈ। ਅਗੋਦੇ ਪਿਛੋਦੇ ਕਰਕੇ ਨਹੀਂ ਪਾਠ ਬੋਲਣਾ। ਅੱਗੋ ਦੇ, ਪਿੱਛੋਂ ਦੇ, ਸੰਬੰਧਕ ਕਰਕੇ ਦੇ ਬੋਲ ਰਹੇ ਹਨ। ਅੱਗੋ ਦੇ ਸਤ ਭਾਉ ਨਾ ਦਿਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੈ। ਹਾਂਜੀ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠਦਿਆ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸ ਨੋ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਪੌੜੀ। ਜੋ ਤੁਧ ਸੱਚ ਧਿਆਏ ਦੇ, ਸੇ ਵਿਰਲੇ ਥੋੜੇ। ਜੋ ਮਨ ਚਿਤ ਇਕ ਅਰਾਧ ਦੇ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਤੁਧ ਨੂੰ ਸਭ ਧਿਆਏ ਦੀ, ਸੇ ਥਾਏ ਪਏ ਜੋ ਸਾਹਿਬ ਲੋੜੇ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ, ਸੇ ਮੋਏ ਮਰ ਜੰਮੇ ਕੋੜੇ। ਕੋੜੇ ਥੋੜਾ ਕੱਸ ਕੇ, ਕੋੜੇ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ, ਸੇ ਮੋਏ ਮਰ ਜੰਮੇ ਕੋੜੇ। ਓਏ ਹਾਜ਼ਰ ਮਿੱਠਾ ਬੋਲਦੇ, ਬਾਹਰ ਵੇਸ ਕੱਢੈ ਮੁਖ ਘੋਲੇ। ਮਨ ਖੋਟੇ ਦਈਏ ਵਿਛੋੜੇ। ਸ਼ਲੋਕ ਮਹੱਲਾ ਚੌਥਾ। ਖਾਲਸਾ ਜੀ ਮਰਵਾਹਾ ਖੱਤਰੀ ਗੋਇੰਦਵਾਲ ਸਾਹਿਬ ਵਿਖੇ ਰਹਿਣ ਵਾਲਾ, ਜੋ ਗੋਂਦੇ ਖੱਤਰੀ ਦਾ ਭਤੀਜਾ ਸੀ, ਜਿਸ ਗੋਂਦੇ ਨੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਸ ਆ ਕੇ ਬੇਨਤੀ ਕੀਤੀ ਸੀ ਕਿ ਮੇਰਾ ਜਿਹੜਾ ਨਗਰ ਹੈ ਉਹ ਗੁਪਤ ਸ੍ਰਿਸ਼ਟੀ ਵਸਣ ਨਹੀਂ ਦਿੰਦੀ, ਅਤੇ ਆਪ ਜੀ ਕਿਰਪਾ ਕਰਕੇ ਵਸਾਓ। ਸਤਿਗੁਰੂ ਅਮਰਦਾਸ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭੇਜਿਆ ਸੀ। ਗੋਇੰਦਵਾਲ ਨਗਰ ਗੋਂਦੇ ਖੱਤਰੀ ਦੀ ਬੇਨਤੀ ਨੂੰ ਮੰਨ ਕੇ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਵਸਾਇਆ। ਜਦੋਂ ਬਹੁਤਾ ਉਹ ਨਗਰ ਵਸਿਆ, ਸੰਗਤਾਂ ਆਉਣ ਲੱਗੀਆਂ, ਤੀਸਰੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਨੂੰ ਹੀ ਆਧਾਰ ਬਣਾ ਕੇ ਗੁਰਮਤਿ ਪ੍ਰਚਾਰ ਦੇ ਕੇਂਦਰ ਦਾ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕੀਤਾ, ਬੇਅੰਤ ਜੀਵਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ। ਸੋ ਗੋਂਦੇ ਦੀ ਰਿਸ਼ਤੇਦਾਰੀ ਵਿੱਚੋਂ ਇਹ ਮਰਵਾਹਾ ਖੱਤਰੀ ਲੋਕਾਂ ਦੀ ਚੁੱਕ ਵਿੱਚ ਆ ਕੇ ਅਕਬਰ ਬਾਦਸ਼ਾਹ ਦੇ ਕੋਲ ਜਾ ਕੇ ਫਰਿਆਦੀ ਹੋਇਆ ਸੀ ਕਿ ਗੁਰੂ ਅਮਰਦਾਸ ਜੀ ਨੇ ਸਾਡੇ ਵੱਡੇ ਵਡੇਰਿਆਂ ਦੀ ਜ਼ਮੀਨ ਮੱਲ ਲਈ ਹੈ। ਗੁਰੂ ਮਹਾਰਾਜ ਨੇ ਤਾਂ ਕੁਝ ਮੱਲਿਆ ਨਹੀਂ, ਬਲਕਿ ਗੋਂਦੇ ਨੇ ਆਪ ਸਾਰੀ ਜ਼ਮੀਨ ਭੇਟਾ ਕੀਤੀ ਸੀ ਦੂਸਰੇ ਪਾਤਸ਼ਾਹ ਜੀ ਦੀ, ਅਤੇ ਤੀਸਰੇ ਪਾਤਸ਼ਾਹ ਜੀ ਨੇ ਇਹ ਨਗਰ ਵਸਾਇਆ ਸੀ। ਪਰ ਹੁਣ ਇਹ ਨਗਰੀ ਵਸੀ ਵੇਖ ਕੇ ਉਸ ਮਰਵਾਹੇ ਖੱਤਰੀ ਦਾ ਮਨ ਬੇਈਮਾਨ ਹੋਇਆ, ਅਤੇ ਅਕਬਰ ਕੋਲ ਇਹ ਫਰਿਆਦ ਲੈ ਕੇ ਗਿਆ ਕਿ ਗੁਰੂ ਨੇ ਮੇਰੀ ਜਗ੍ਹਾ ਜ਼ਬਰਦਸਤੀ ਮੱਲ ਕੇ ਉੱਥੇ ਪਿੰਡ ਵਸਾ ਲਿਆ, ਮੈਨੂੰ ਇਹ ਪਿੰਡ ਦਿਵਾਇਆ ਜਾਵੇ ਜਾਂ ਇਹਦਾ ਮਾਮਲਾ ਮੈਨੂੰ ਮਿਲੇ। ਅਕਬਰ ਬਾਦਸ਼ਾਹ ਗੁਰੂ ਘਰ ਦੀ ਪਵਿੱਤਰਤਾ ਤੋਂ, ਉੱਚਮਤਾ ਤੋਂ ਔਰ ਅਜ਼ਮਤ ਤੋਂ ਜਾਣੂ ਸੀ। ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ ਸਨ ਅਤੇ ਗੁਰੂ ਪ੍ਰਤੀ ਪ੍ਰੇਮ ਭਾਵਨਾ ਰੱਖਦਾ ਸੀ। ਉਸ ਨੇ ਬੇਇੱਜ਼ਤ ਕਰਕੇ ਮਰਵਾਹੇ ਖੱਤਰੀ ਅਤੇ ਉਹਦੇ ਨੌਕਰ ਨੂੰ ਆਪਣੀ ਦਰਗਾਹ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ ਸੀ। ਉਸ ਵੇਲੇ ਇਹ ਇੱਕ ਰਿਵਾਜ ਜਿਹਾ ਹੋਇਆ ਕਰਦਾ ਸੀ ਕਿ ਜਿਸ ਨੇ ਬਾਦਸ਼ਾਹ ਦੇ ਕੋਲ ਕੋਈ ਬਹੁਤਾ ਹੀ ਦੁਖੀ ਹੋ ਕੇ, ਆਰਤ ਹੋ ਕੇ ਫਰਿਆਦ ਕਰਨੀ ਹੈ, ਉਹ ਮੈਲੇ ਕੁਚੈਲੇ ਕੱਪੜੇ ਪਾ ਕੇ ਜਾਇਆ ਕਰਦਾ ਸੀ ਕਿ ਮੇਰੀ ਬੁਰੀ ਹਾਲਤ ਹੈ।
ਉਹ ਹੁਣ ਕੱਪੜੇ ਵੀ ਜਿਹੜੇ ਸਨ ਆਮ ਰੱਖੇ ਹੁੰਦੇ ਸਨ ਕਚਹਿਰੀ ਦੇ ਵਿੱਚ, ਕਦੀ ਕਿਸੇ ਨੇ ਪਾਉਣੇ ਮੈਲ ਦੇ ਭਰੇ ਹੋਏ ਤੇ ਚਮਜੂਆਂ ਵਗੈਰਾ ਉਹਦੇ ਵਿੱਚ ਤੁਰਦੀਆਂ ਹੋਣੀਆਂ। ਇਹੋ ਜਿਹੇ ਕੱਪੜੇ ਪਾ ਕੇ ਮਰਵਾਹਾ ਖੱਤਰੀ ਤੇ ਉਹਦਾ ਜਿਹੜਾ ਨੌਕਰ ਸਨ ਉਹ ਬਾਦਸ਼ਾਹ ਦੇ ਕੋਲ ਗਏ ਸਨ। ਉਹ ਸ਼ਬਦ ਉਸ ਸਾਰੇ ਬਿਰਤਾਂਤ ਵੱਲੇ ਚੌਥੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਇਸ਼ਾਰਾ ਕਰਦੇ ਨੇ। ਦਰਸਾਇਆ ਇਹ ਹੈ ਕਿ ਸਤਿਗੁਰੂ ਮਹਾਰਾਜ ਦੇ ਨਾਲ ਬਿਨਾਂ ਕਾਰਨ ਤੋਂ ਜਿਹੜਾ ਵੈਰ ਕਰਨ ਵਾਲਾ ਹੈ ਉਸ ਦਾ ਕੀ ਹਾਲ ਹੁੰਦਾ ਹੈ। ਇੱਥੋਂ ਤੱਕ ਕਿ ਮਰਵਾਹੇ ਖੱਤਰੀ ਔਰ ਉਹਦੇ ਸੇਵਕ ਦੇ ਮੂੰਹ ਉੱਪਰ ਕੱਪੜਾ ਚੜਾ ਕੇ, ਤੋਬਰਾ ਚੜਾਉਣਾ ਕਿਹਾ ਜਾਂਦਾ ਸੀ, ਤੋਬਰਾ ਚੜਾ ਕੇ ਉਹਦੇ ਵਿੱਚ ਮਨੁੱਖ ਦੀ ਵਿਸ਼ਟਾ ਪਾ ਦਿੱਤੀ ਗਈ ਸੀ। ਇੱਥੋਂ ਤੱਕ ਉਸ ਦੀ ਬੇਇੱਜ਼ਤੀ ਹੋਈ ਸੀ ਔਰ ਫਿਰ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਸੀ ਰਿਹਾ। ਲੋਕਾਂ ਨੇ ਵੀ ਗੋਇੰਦਵਾਲ ਸਾਹਿਬ ਦੀ ਨਗਰੀ ਵਾਲਿਆਂ ਨੇ ਗੁਰੂ ਘਰ ਦਾ ਦੁਖੀ ਜਾਣ ਕੇ ਉਸ ਨੂੰ ਮੂੰਹ ਨਹੀਂ ਸੀ ਲਾਇਆ। ਉਹ ਸਾਰੀ ਵਾਰਤਾ ਇਸ ਪਾਵਨ ਸ਼ਬਦ ਅੰਦਰ ਸਤਿਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀ ਹੈ, ਜੋ ਬਿਰਤਾਂਤ ਉਦੋਂ ਵਾਪਰਿਆ। ਆਓ ਸਰਵਣ ਕਰੀਏ ਜੀ। ਸ਼ਲੋਕ ਮਹੱਲਾ ਚੌਥਾ। ਮਾਲ ਜੂਈ ਭਰਿਆ ਨੀਲਾ ਕਾਲਾ ਖੇਦੋਲੜਾ। ਖੇਦੋਲੜਾ ਧੱਦੇ ਤੇ ਭਾਰ ਦੇ ਕੇ ਖੇਦੋਲੜਾ। ਮਾਲ ਜੂਈ ਭਰਿਆ ਨੀਲਾ ਕਾਲਾ ਖੇਦੋਲੜਾ। ਖੇਦੋਲੜਾ ਕਹਿੰਦੇ ਨੇ ਜੁੱਲੇ ਨੂੰ, ਜਿਹੜਾ ਕੋਈ ਭਾਰਾ ਜਿਹਾ ਮੋਟਾ ਜਿਹਾ ਵਸਤਰ ਪਾਇਆ ਹੋਵੇ ਉਹਨੂੰ ਖੇਦੋਲੜਾ ਕਿਹਾ ਜਾਂਦਾ ਹੈ। ਤੇਨ ਵੇ ਮੁਖੈ ਨੋ ਪਾਇਆ। ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ। ਗੂਹ ਪੜ ਸਗਵੀ ਮਲ ਲਾਏ ਮਨ ਮੁਖ ਆਇਆ। ਪਰਾਈ ਜੋ ਨਿੰਦਾ ਚੁਗਲੀ ਨੋ ਵੇ ਮੁਖ ਕਰ ਕੈ ਭੇਜਿਆ। ਉਥੈ ਭੀ ਮੋਹ ਕਾਲਾ ਦੋਹਾ ਵੇ ਮੁਖਾਂ ਦਾ ਕਰਾਇਆ। ਤੜ ਸੁਣਿਆ ਸ਼ਬਦ ਜਗਤ ਵਿੱਚ ਭਾਈ। ਵੇ ਮੁਖ ਸਣੈ ਨਫਰੈ ਪੌਲੀ ਪੌਦੀ ਫਾਵਾ ਹੋਏ ਕੈ ਉਠ ਘਰ ਆਇਆ। ਤੜ ਸੁਣਿਆ, ਤੜ ਤੋਂ ਭਾਵ ਤੁਰਤ ਹੀ, ਝਟਪਟ ਹੀ। ਤੜ ਸੁਣਿਆ ਸ਼ਬਦ ਜਗਤ ਵਿੱਚ ਭਾਈ। ਇੱਕ ਵਿਸਰਾਮ ਇੱਥੇ ਆਉਂਦਾ ਹੈ ਇਸ ਪੰਕਤੀ ਵਿੱਚ। ਤੜ ਸੁਣਿਆ ਸ਼ਬਦ ਜਗਤ ਵਿੱਚ ਭਾਈ। ਵੇ ਮੁਖ ਸਣੈ ਨਫਰੈ ਪੌਲੀ ਪੌਦੀ। ਸਣੈ ਨਫਰੈ ਤੇ ਜਮਕ ਆਈ, ਪੌਲੀ ਪੌਦੀ ਤੇ ਫਿਰ ਵਿਸਰਾਮ ਆਇਆ। ਫਾਵਾ ਹੋਏ ਕੈ ਉਠ ਘਰ ਆਇਆ। ਹਾਂਜੀ। ਤੜ ਸੁਣਿਆ ਸ਼ਬਦ ਜਗਤ ਵਿੱਚ ਭਾਈ। ਵੇ ਮੁਖ ਸਣੈ ਨਫਰੈ ਪੌਲੀ ਪੌਦੀ। ਫਾਵਾ ਹੋਏ ਕੈ ਉਠ ਘਰ ਆਇਆ। ਅੱਗੇ ਸੰਗਤੀ ਕੁੜਮੀ ਵੇ ਮੁਖ ਰਲਣਾ ਨਾ ਮਿਲੈ। ਤਾ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ। ਹਲਤ ਪਲਤ ਦੋਵੈ ਗਏ ਨਿਤ ਭੁੱਖਾ ਕੂਕੇ ਤਿਹਾਇਆ। ਧਨ ਧਨ ਸੁਆਮੀ ਕਰਤਾ ਪੁਰਖ ਹੈ। ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ। ਸੋ ਸਾਚੈ ਮਾਰ ਪਚਾਇਆ। ਇਹੋ ਅੱਖਰ ਤਿਨ ਆਖਿਆ। ਜਿਨ ਜਗਤ ਸਭ ਉਪਾਇਆ। ਮਹੱਲਾ ਚੌਥਾ। ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੈ। ਤਿਸ ਦਾ ਨਫਰ ਕਿਥੋਂ ਰੱਜ ਖਾਏ। ਨਫਰ ਤੋਂ ਭਾਵ ਹੈ ਦਾਸ। ਹਾਂਜੀ। ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੈ। ਤਿਸ ਦਾ ਨਫਰ ਕਿਥੋਂ ਰੱਜ ਖਾਏ। ਜੇ ਸਾਹਿਬ ਕੈ ਘਰ ਵਥ ਹੋਵੈ। ਸੋ ਨਫਰੈ ਹੱਥ ਆਵੈ। ਅਣਹੋਦੀ ਕਿਥੋਂ ਪਾਏ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ। ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ। ਫਿਰ ਲੇਖਾ ਮੰਗੈ ਨਾ ਕੋਈ। ਪੌੜੀ। ਨਾਨਕ ਵਿਚਾਰ ਹੈ ਸੰਤ ਜਨ। ਚਾਰ ਵੇਦ ਕਹੰਦੇ। ਭਗਤ ਮੁਖੈ ਤੇ ਬੋਲਦੇ। ਸੇ ਵਚਨ ਹੋ ਵੰਦੇ। ਪ੍ਰਗਟ ਪਹਾਰਾ ਜਾਪਦਾ। ਪ੍ਰਗਟ ਪਹਾਰਾ ਜਾਪਦਾ। ਸਭ ਲੋਕ ਸੁਣੰਦੇ। ਸੁਖ ਨ ਪਾਇਨ ਮੁਗਧ ਨਾਰ। ਸੰਤ ਨਾਲ ਖਹੰਦੇ। ਓਏ ਲੋਚਨ ਓਨਾ ਗੁਣੈ ਨੋ। ਓਏ ਅਹੰਕਾਰ ਸੜੰਦੇ। ਓਏ ਵਿਚਾਰੇ ਕਿਆ ਕਰਹਿ। ਵਿਚਾਰੇ ਸਿਆਰੀ ਨਾਲ। ਓਏ ਵਿਚਾਰੇ ਕਿਆ ਕਰਹਿ। ਜਾ ਭਾਗ ਧੁਰ ਮੰਦੇ। ਜੋ ਮਾਰੇ ਤਿਨ ਪਾਰ ਬ੍ਰਹਮ। ਸੇ ਕਿਸੈ ਨਾ ਸੰਦੇ। ਵੈਰ ਕਰਹਿ ਨਿਰਵੈਰ ਨਾਲ। ਧਰਮ ਨਿਆਏ ਪਚੰਦੇ। ਜੋ ਜੋ ਸੰਤ ਸਰਾਪਿਆ। ਸੇ ਫਿਰਹਿ ਭਵੰਦੇ। ਪੇੜ ਮੁਢਾਹੂ ਕਟਿਆ। ਤਿਸ ਡਾਲ ਸੁਕੰਦੇ। ਮੁੰਡਾਹੂ
ਢੱਡੇ ਤੇ ਹਾਂਜੀ ਪੇੜ ਮੁੰਡਾ ਹੂ ਕੱਟਿਆ ਪੇੜ ਮੁੰਡਾ ਹੂੰ ਕਟਿਆ ਪੇੜ ਮੁੰਡਾ ਹੂੰ ਕਟਿਆ ਤੇਸ ਡਾਲ ਸੁਕੰਦੇ। ਸ਼ਲੋਕ ਮਹੱਲਾ ਚੌਥਾ। ਖਾਲਸਾ ਜੀ ਇਹ ਜੋ 12ਵੀਂ ਪੌੜੀ ਹੈ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ। ਇਹੀ ਪੌੜੀ ਕੁਝ ਅੱਖਰਾਂ ਤੇ ਲਗਾ ਮਾਤਰਾਂ ਦੇ ਫਰਕ ਨਾਲ ਸਤਿਗੁਰੂ ਅਰਜਨ ਦੇਵ ਜੀ ਨੇ ਵੀ ਉਚਾਰਨ ਕੀਤੀ ਹੈ, ਜੋ ਇਸੇ ਹੀ ਵਾਰ ਵਿੱਚ ਅੱਗੇ ਜਾ ਕੇ 31 ਨੰਬਰ ਤੇ ਆਵੇਗੀ। 31ਵੀਂ ਪੌੜੀ ਇਸੇ ਵਾਰ ਦੀ, ਉੱਥੇ ਇਹ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ ਜੀ। ਸ਼ਲੋਕ ਮਹੱਲਾ ਚੌਥਾ। ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ, ਤੁਸ ਦਿੱਤੀ ਪੂਰੈ ਸਤਿਗੁਰੂ ਘਟੈ ਨਾਹੀ ਏਕ ਤਿਲ ਕਿਸੈ ਦੀ ਘਟਾਈ। ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ, ਤਾਂ ਝਾਖ ਝਾਖ ਮਰੈ ਸਭ ਲੋਕ ਆਈ। ਨਿੰਦਕਾ ਕੇ ਮੋਹ ਕਾਲੇ ਕਰੇ, ਹਰ ਕਰਤੈ ਆਪ ਵਧਾਈ। ਜਿਉ ਜਿਉ ਨਿੰਦਕ ਨਿੰਦ ਕਰ ਹੈ, ਜਿਉ ਜਿਉ ਨਿੰਦਕ ਨਿੰਦ ਕਰ ਹੈ, ਤਿਉ ਤਿਉ ਨਿਤ ਨਿਤ ਚੜ੍ਹੈ ਸਵਾਈ। ਜਨ ਨਾਨਕ ਹਰ ਆਰਾਧਿਆ, ਤੈਨ ਪੈਰੀ ਆਣ ਸਭ ਪਾਈ। ਮਹੱਲਾ ਚੌਥਾ। ਸਤਿਗੁਰ ਸੇਤੀ ਗਣਤ ਜੇ ਰਖੈ, ਹਲਤ ਪਲਤ ਸਭ ਤਿਸ ਕਾ ਗਾਇਆ। ਨਿਤ ਝਹੀਆ ਪਾਏ ਝੱਗੂ ਸੁੱਟੇ, ਝਖਦਾ ਝਖਦਾ ਝੜ ਪਿਆ। ਨਿਤ ਉਪਾਵ ਕਰੈ ਮਾਇਆ ਧਨ ਕਾਰਣ, ਅਗਲਾ ਧਨ ਭੀ ਉੱਡ ਗਿਆ। ਅਗਲਾ ਧਨ ਭੀ ਉੱਡ ਗਿਆ। ਕਿਆ ਉਹ ਖੱਟੇ ਕਿਆ ਉਹ ਖਾਵੈ, ਜਿਸ ਅੰਦਰ ਸਹਸਾ ਦੁਖ ਪਿਆ। ਨਿਰਵੈਰੈ ਨਾਲ ਜੇ ਵੈਰ ਰਚਾਏ, ਸਭ ਪਾਪ ਜਗਤੈ ਕਾ ਤਿਨ ਸਿਰ ਲਿਆ। ਉਸ ਅੱਗੇ ਪਿਛੈ ਢੋਈ ਨਾਹੀ, ਜਿਸ ਅੰਦਰ ਨਿੰਦਾ ਮੋਹਿ ਅੰਬ ਪਿਆ। ਖਾਲਸਾ ਜੀ ਅੰਮ੍ਰਿਤ ਰੂਪ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਗੁਰ ਉਪਦੇਸ਼ ਤੋਂ ਸਿੱਖਿਆ ਲੈਣੀ, ਇਹ ਵੀ ਸਾਡੇ ਵਾਸਤੇ ਅਤਿਅੰਤ ਜ਼ਰੂਰੀ ਹੈ। ਜਿੱਥੇ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਉਹਨਾਂ ਪੁਰਾਤਨ ਬਿਰਤਾਂਤਾਂ ਦਾ ਵਰਣਨ ਕਰਦਿਆਂ ਹੋਇਆਂ ਇਹ ਦਰਸਾਇਆ ਹੈ ਕਿ ਗੁਰੂ ਘਰ ਨਿਰਵੈਰ ਹੈ। ਜਿਨ੍ਹਾਂ ਨੇ ਗੁਰੂ ਘਰ 'ਤੇ ਵਾਅਦੇ ਕੀਤੇ, ਗੁਰੂ ਘਰ ਦੇ ਨਾਲ ਵੈਰ ਕੀਤੇ, ਉਹਨਾਂ ਨੇ ਖੱਟਿਆ ਕੁਝ ਨਹੀਂ ਬਲਕਿ ਗਵਾਇਆ ਹੀ ਗਵਾਇਆ ਹੈ। ਅਤੇ ਇਹ ਉਪਦੇਸ਼ ਕੇਵਲ ਉਹਨਾਂ ਬਿਰਤਾਂਤਾਂ ਦੇ ਪ੍ਰਥਾਏ ਹੀ ਨਹੀਂ, ਬਲਕਿ ਸਾਨੂੰ ਵੀ ਸਿੱਖਿਆ ਸਤਿਗੁਰੂ ਮਹਾਰਾਜ ਫਰਮਾ ਰਹੇ ਨੇ। ਆ ਪੰਗਤੀ ਸਦਾ ਯਾਦ ਰੱਖੀਏ, ਨਿਰਵੈਰੈ ਨਾਲ ਜੇ ਵੈਰ ਰਚਾਏ, ਸਭ ਪਾਪ ਜਗਤੈ ਕਾ ਤਿਨ ਸਿਰ ਲਿਆ। ਜੋ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਉਹਦੇ ਨਾਲ ਜਿਹੜਾ ਵੈਰ ਕਰੇ, ਮਾਨੋ ਕਿ ਸਾਰੀ ਦੁਨੀਆ ਦਾ ਪਾਪ ਉਹਨੇ ਆਪਣੇ ਸਿਰ 'ਤੇ ਲੈ ਲਿਆ। ਇਉਂ ਸਤਿਗੁਰੂ ਮਹਾਰਾਜ ਸਾਨੂੰ ਆਪਣੇ ਮਨ ਵਿੱਚੋਂ ਵੈਰ ਭਾਵਨਾ, ਤਾਤ ਪਰਾਈ, ਦੁਚਿੱਤੀ, ਦੁਬਦਾ, ਦਵੈਸ਼ ਇਹ ਤਿਆਗਣ ਦੀ ਪ੍ਰੇਰਣਾ ਦੇ ਰਹੇ ਨੇ। ਗੁਰੂ ਕਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਈਏ ਜੀ। ਜੇ ਸੋਇਨੇ ਨੋ ਉਹ ਹੱਥ ਪਾਏ, ਤਾ ਖੇਹੂ ਸੇਤੀ ਰਲ ਗਿਆ। ਜੇ ਗੁਰ ਕੀ ਸਰਣੀ ਫਿਰ ਉਹ ਆਵੈ, ਤਾਂ ਪਿਛਲੇ ਔਗਣ ਬਖਸ਼ ਲਿਆ। ਜਨ ਨਾਨਕ ਅਨ ਦਿਨ ਨਾਮ ਧਿਆਇਆ, ਹਰ ਸਿਮਰਤ ਕਿਲ ਵਿਖ ਪਾਪ ਗਿਆ। ਪੌੜੀ। ਤੂੰ ਹੈ ਸਾਚਾ ਤੂੰ ਹੈ ਸੱਚਾ ਸੱਚ ਤੂੰ, ਸਬਦੂ ਉੱਪਰ ਤੂੰ ਦੀ ਬਾਣ। ਜੋ ਤੁਧ ਸੱਚ ਧਿਆਏ ਦੇ, ਸੱਚ ਸੇਵਨ ਸੱਚੇ ਤੇਰਾ ਮਾਣ। ਉਹਨਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਨ ਸੱਚੇ ਤੇਰਾ ਤਾਣ। ਸੇ ਭਗਤ ਜਿਨੀ ਗੁਰਮੁਖ ਸਾਲਾਹਿਆ, ਸੱਚ ਸ਼ਬਦ ਨੀਸਾਨ। ਸੱਚ ਜੇ ਸੱਚੇ ਸੇਵਦੇ, ਤਿੰਨ ਵਾਰੀ ਸਦ ਕੁਰਬਾਨ। ਸ਼ਲੋਕ ਮਹੱਲਾ ਚੌਥਾ। ਧੁਰ ਮਾਰੇ ਪੂਰੈ ਸਤਿਗੁਰੂ, ਸੇਈ ਹੁਣ ਸਤਿਗੁਰ ਮਾਰੇ। ਜੇ ਮੇਲਣ ਨੋ ਬਹੁ ਤੇਰਾ ਲੋਚੀਐ, ਨਾ ਦੇਈ ਮਿਲਣ ਕਰਤਾਰੇ। ਸਤ ਸੰਗਤ ਢੋਈ ਨਾ ਲਹਨ, ਵਿੱਚ ਸੰਗਤ ਗੁਰ ਵਿਚਾਰੇ। ਕੋਈ ਜਾਏ ਮਿਲੈ ਹੁਣ ਉਹਨਾਂ ਨੋ, ਤਿਸ ਮਾਰੇ ਜਮ ਜੰਦਾਰੇ। ਗੁਰ ਬਾਬੈ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ। ਗੁਰ ਤੀਜੀ ਪੀੜ੍ਹੀ ਵਿਚਾਰਿਆ, ਕਿਆ ਹੱਥ ਇਹਨਾਂ ਵੇਚਾਰੇ।
ਗੁਰ ਚੌਥੀ ਪੀੜੀ ਟਿਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ, ਤਿਸ ਕਾਰਜ ਸਭ ਸਵਾਰੇ। ਜੋ ਇੱਛੈ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਸਭ ਨਿਧਾਨ ਸਤਿਗੁਰੂ ਵਿੱਚ, ਜਿਸ ਅੰਦਰ ਹਰ ਉਰ ਧਾਰੇ। ਸੋ ਪਾਏ ਪੂਰਾ ਸਤਿਗੁਰੂ, ਜਿਸ ਲਿਖਿਆ ਲਿਖਤ ਲਿਲਾਰੇ। ਜੋ ਇੱਛੈ ਸੋ ਫਲ ਪਾਏ ਸੀ, ਪੁੱਤ ਧਨ ਲਖਮੀ। ਪਾਏ ਸੀ ਤੇ ਜਮਕ ਹੈ, ਲਖਮੀ ਤੇ ਵਿਸਰਾਮ ਹੈ। ਜੋ ਇੱਛੈ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਜਨ ਨਾਨਕ ਮੰਗੈ ਧੂੜ ਤੇਨ, ਜੋ ਗੁਰਸਿੱਖ ਮਿਤ ਪਿਆਰੇ। ਮਹੱਲਾ ਚੌਥਾ। ਜਿਨ ਕਉ ਆਪ ਦੇ ਵਡਿਆਈ, ਜਗਤ ਭੀ ਆਪੇ ਆਣ ਤਿਨ ਕਉ ਪੈਰੀ ਪਾਏ। ਡਰੀਐ ਤਾਂ ਜੇ ਕਿਛ ਆਪ ਦੂ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ। ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ, ਜਿਨ ਆਪਣੇ ਜੋਰ ਸਭ ਆਣ ਨਿਵਾਏ। ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸੁਆਮੀ, ਨਿੰਦਕਾ ਦੁਸ਼ਟਾ ਕੇ ਮੋਹ ਕਾਲੇ ਕਰਾਏ। ਸਤਿਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਅਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਗੁਰ ਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸਬਤ ਕਰਾਏ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ। ਪੌੜੀ। ਤੂੰ ਸੱਚਾ ਸਾਹਿਬ ਆਪ ਹੈ, ਸੱਚ ਸਾਹ ਹਮਾਰੇ। ਸੱਚ ਪੂਜੀ ਨਾਮ ਦ੍ਰਿੜਾਏ ਪ੍ਰਭ, ਵਣਜਾਰੇ ਥਾਰੇ। ਸੱਚ ਸੇਵ ਹੈ ਸੱਚ ਵਣੰਜ ਲੈਹੇ, ਗੁਣ ਕਥ ਹੈ ਨਿਰਾਰੇ। ਸੇਵਕ ਭਾਏ ਸੇ ਜਾਨ ਮਿਲੇ, ਗੁਰ ਸ਼ਬਦ ਸਵਾਰੇ। ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦ ਲਖਾਰੇ। ਸ਼ਲੋਕ ਮਹੱਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੈ, ਤਿਸ ਦਾ ਕਦੇ ਨਾ ਹੋਵੀ ਭਲਾ। ਉਸ ਦਾ ਆਖਿਆ ਕੋਈ ਨਾ ਲੱਗੈ, ਨਿਤ ਉਹ ਜਾੜੀ ਪੂਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਿਆ। ਨਿਤ ਚੁਗਲੀ ਕਰੇ ਅਣਹੋਦੀ ਪਰਾਈ, ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ। ਕਰਮ ਧਰਤੀ ਸਰੀਰ ਕਲ ਯੁਗ ਵਿੱਚ, ਜਿਹਾ ਕੋ ਬੀਜੇ ਤੇਹਾ ਕੋ ਖਾਏ। ਇਸ ਵਿਸ਼ਰਾਮ ਦਾ ਖਿਆਲ ਰੱਖਣਾ, ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ। ਕਰਮ ਧਰਤੀ ਸਰੀਰ ਕਲਯੁਗ ਵਿੱਚ, ਇਉਂ ਨਹੀਂ ਕਿ ਕਰਮ ਧਰਤੀ ਸਰੀਰ ਕਲਯੁਗ ਵਿੱਚ, ਇਸ ਤਰ੍ਹਾਂ ਨਹੀਂ। ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੇ ਤੇਹਾ ਕੋ ਖਾਏ। ਗੱਲਾਂ ਉੱਪਰ ਤਪਾਵਸ ਨਾ ਹੋਈ। ਗੱਲਾਂ ਉੱਪਰ, ਇਉਂ ਪਾਠ ਸ਼ੁੱਧ ਹੈ ਜਿਵੇਂ ਭਾਈ ਸਾਹਿਬ ਜੀ ਕਰ ਰਹੇ ਹਨ। ਗੱਲਾਂ ਉੱਪਰ ਤਪਾਵਸ ਨਾ ਹੋਈ, ਵੇਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਓ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਜਨ ਨਾਨਕ ਕਉ ਸਭ ਸੋਝੀ ਪਾਈ, ਹਰ ਦਰ ਕੀਆ ਬਾਤਾਂ ਆਖ ਸੁਣਾਏ। ਮਹੱਲਾ ਚੌਥਾ। ਹੋਂਦਾ ਪ੍ਰਤੱਖ ਗੁਰੂ ਜੋ ਵਿਛੋੜੇ। ਹੋਂਦਾ ਪ੍ਰਤੱਖ ਗੁਰੂ ਜੋ ਵਿਛੜੇ। ਹੋਂਦਾ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕਉ ਦਰ ਢੋਈ ਨਾਹੀ। ਖਾਲਸਾ ਜੀ ਖਿਆਲ ਕਰ ਲਈਏ ਸਤਿਗੁਰੂ ਜੀ ਦਾ ਉਪਦੇਸ਼। ਆਪਾਂ ਪ੍ਰਤੱਖ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੁੰਦਿਆਂ ਹੋਇਆਂ ਅੱਜ ਥਾਵਾਂ ਥਾਵਾਂ 'ਤੇ ਤੁਰੇ ਫਿਰਦੇ ਹਾਂ। ਗੁਰੂ ਤੋਂ ਵਿਛੜ ਕੇ ਦੰਭੀਆਂ ਪਖੰਡੀਆਂ ਪਿੱਛੇ, ਜੰਤਰਾਂ ਮੰਤਰਾਂ ਤੰਤਰਾਂ ਧਾਗੇ ਤਵੀਤਾਂ ਟੂਣੇ ਟਾਮਣਾ ਪਿੱਛੇ, ਅਖੌਤੀ ਸਿਆਣਿਆਂ ਤੇ ਤਾਂਤਰਕਾਂ ਪਿੱਛੇ ਤੁਰੇ ਫਿਰਦੇ ਹਾਂ। ਸਾਡੀ ਇਹ ਬਦਨਸੀਬੀ ਹੈ, ਬਦਕਿਸਮਤੀ ਹੈ ਔਰ ਬੇਸਮਝੀ ਹੈ। ਦੇਖੋ ਸਤਿਗੁਰੂ ਫਰਮਾਨ ਕਰ ਰਹੇ ਨੇ, ਹੋਂਦਾ ਪ੍ਰਤੱਖ ਗੁਰੂ ਜੋ ਵਿਛੜੇ। ਗੁਰੂ ਦੇ ਪ੍ਰਤੱਖ ਹੁੰਦਿਆਂ ਵੀ ਜਿਹੜੇ ਗੁਰੂ ਤੋਂ ਵਿਛੜੇ ਹੋਏ ਨੇ, ਤਿੰਨ ਕਉ ਦਰ ਢੋਈ ਨਾਹੀ। ਉਹਨਾਂ ਨੂੰ ਅੱਗੇ ਦਰਗਾਹ ਵਿੱਚ ਕਦੇ ਢੋਈ ਨਹੀਂ ਮਿਲ ਸਕਦੀ। ਹਾਂਜੀ।
ਹੋਂਦਾ ਪ੍ਰਤੱਖ ਗੁਰੂ ਜੋ ਵਿਛੋੜੇ, ਤਿਨ ਕੋ ਦਰ ਢੋਈ ਨਾਹੀ। ਕੋਈ ਜਾਏ ਮਿਲੈ ਤਿਨ ਨਿੰਦਕਾ, ਮੋਹ ਫਿੱਕੇ ਥੁਕ ਥੁਕ ਮੋਹਿ ਪਾਹੀ। ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਤ ਭੰਬਲ ਭੂਸੇ ਖਾਹੀ। ਜਿਨ ਗੁਰ ਗੋਪਿਆ ਆਪਣਾ, ਸੇ ਲੈਂਦੇ ਢਾਹਾ ਫਿਰਾਹੀ। ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾ ਭੁੱਖ ਕੂ ਕਾਹੀ। ਉਹਨਾਂ ਦਾ ਆਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ। ਸਤਿਗੁਰ ਕੀ ਵਡਿਆਈ ਵੇਖ ਨਾ ਸਕਨੀ, ਉਹਨਾਂ ਅੱਗੇ ਪਿੱਛੇ ਥਾਉ ਨਾਹੀ। ਜੋ ਸਤਿਗੁਰ ਮਾਰੇ ਤਿਨ ਜਾਏ ਮਿਲਹਿ, ਰਹਿਦੀ ਖੁਹਦੀ ਸਭ ਪਤ ਗਵਾਹੀ। ਓਏ ਅੱਗੇ ਕੁਸ਼ਟੀ ਗੁਰ ਕੇ ਫਿਟਕੇ, ਜੇ ਓਸ ਮਿਲੈ ਤਿਸ ਕੁਸ਼ਟ ਉਠਾਹੀ। ਹਰ ਤਿਨ ਕਾ ਦਰਸ਼ਨ ਨਾ ਕਰਹੁ, ਜੋ ਦੂਜੈ ਭਾਏ ਚਿਤ ਲਾਹੀ। ਧੁਰ ਕਰਤੈ ਆਪ ਲਿਖ ਪਾਇਆ, ਤਿਸ ਨਾਲ ਕਿਹੋ ਚਾਰਾ ਨਾਹੀ। ਜਨ ਨਾਨਕ ਨਾਮ ਅਰਾਧ ਤੂ, ਤਿਸ ਅੱਪੜ ਕੋ ਨਾ ਸਕਾਹੀ। ਨਾਵੈ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜ੍ਹੈ ਚੜ੍ਹਾਹੀ। ਮਹੱਲਾ ਚੌਥਾ। ਜੇ ਹੋਂਦਾ ਗੁਰੂ ਬਹਿ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਤਿਸ ਕਉ ਜਗਤ ਨਿਵਿਆ ਸਭ ਪੈਰੀ ਪਿਆ, ਜਸ ਵਰਤਿਆ ਲੋਈ। ਤਿਸ ਕਉ ਖੰਡ ਬ੍ਰਹਮੰਡ ਨਮਸਕਾਰ ਕਰਹਿ, ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰੈ, ਸੋ ਪੂਰਾ ਹੋਈ। ਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ, ਅੱਪੜ ਕੋ ਨਾ ਸਕੋਈ। ਜਨ ਨਾਨਕ ਹਰ ਕਰਤੈ ਆਪ ਬਹਿ ਟਿਕਿਆ, ਆਪੇ ਪੈਜ ਰਖੈ ਪ੍ਰਭ ਸੋਈ। ਪੌੜੀ। ਕਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਨਾਮ ਨਿਧਾਨ ਹਰ ਵਣਜੀਐ ਹੀਰੇ ਪਰਵਾਲੇ। ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ, ਸੇ ਮੂੜ ਬੇਤਾਲੇ। ਸੇ ਉਜੜ ਭਰਮ ਭਵਾਈਆ ਹੈ, ਜਿਉ ਝਾੜ ਮਿਰਗ ਭਾਲੇ। ਸ਼ਲੋਕ ਮਹੱਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮਹਿ ਹੋਇਆ। ਨਰਕ ਘੋਰ ਦੁਖ ਖੂਹ ਹੈ, ਨਰਕ ਘੋਰ ਦੁਖ ਖੂਹ ਹੈ। ਉਥੈ ਪਕੜ ਉਹ ਢੋਇਆ, ਕੂਕ ਪੁਕਾਰ ਕੋ ਨਾ ਸੁਣੇ। ਉਹ ਔਖਾ ਹੋਏ ਹੋਏ ਰੋਇਆ, ਓਨ ਹਲਤ ਪਲਤ ਸਭ ਗਵਾਇਆ। ਲਾਹਾ ਮੂਲ ਸਭ ਖੋਇਆ, ਉਹ ਤੇਲੀ ਸੰਦਾ ਬਲਦ ਕਰ। ਨਿਤ ਭਲਕੇ ਉਠ ਪ੍ਰਭ ਜੋਇਆ, ਉਹ ਤੇਲੀ ਸੰਦਾ ਬਲਦ ਕਰ। ਨਿਤ ਭਲਕੇ ਉਠ ਪ੍ਰਭ ਜੋਇਆ। ਹਰ ਵੇਖੈ ਸੁਣੈ ਨਿਤ ਸਭ ਕਿਛ, ਤੇਦੂ ਕਿਛ ਗੁੱਝਾ ਨਾ ਹੋਇਆ। ਜੈਸਾ ਬੀਜੇ ਸੋ ਲੁਣੈ, ਜੇਹਾ ਪੁਰਬ ਕਿਨੈ ਬੋਇਆ। ਜਿਸ ਕਿਰਪਾ ਕਰੇ ਪ੍ਰਭ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ। ਗੁਰ ਸਤਿਗੁਰ ਪਿਛੈ ਤਰ ਗਿਆ, ਜਿਉ ਲੋਹਾ ਕਾਠ ਸੰਗੋਇਆ। ਜਨ ਨਾਨਕ ਲੋਹਾ ਕਾਠ ਸੰਗੋਇਆ। ਗੁਰ ਸਤਿਗੁਰ ਪਿਛੈ ਤਰ ਗਿਆ, ਜਿਉ ਲੋਹਾ ਕਾਠ ਸੰਗੋਇਆ। ਜਨ ਨਾਨਕ ਨਾਮ ਧਿਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਮਹੱਲਾ ਚੌਥਾ। ਵਡਭਾਗੀ ਆ ਸੋਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ। ਅੰਤਰ ਜੋਤ ਪ੍ਰਗਾਸੀਆ, ਨਾਨਕ ਨਾਮ ਸਮਾਏ। ਪੌੜੀ। ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਗੋਹਜ ਰਤਨ ਵਿੱਚ ਲੋਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਤ। ਸਭ ਆਤਮ ਰਾਮ ਪਛਾਣਿਆ, ਤਾਂ ਇੱਕ ਰਵਿਆ ਇੱਕੋ ਓਤ ਪੋਤ। ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸ਼ਰਵਣ ਸਰੋਤ। ਜਨ ਨਾਨਕ ਨਾਮ ਸਲਾਹੇ ਤੂੰ, ਸੱਚ ਸੱਚੇ ਸੇਵਾ ਤੇਰੀ ਹੋਤ। ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸ਼ਰਵਣ ਸਰੋਤ। ਜਨ ਨਾਨਕ ਨਾਮ ਸਲਾਹੇ ਤੂੰ, ਸੱਚ ਸੱਚੇ ਸੇਵਾ ਤੇਰੀ ਹੋਤ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।